सत श्री अकाल। न्यूज़ 18 पंजाब हरियाणा हिमाचल तुसीं देख रहे हो। गौरव शुक्ला मैं हां तुहाडे नाल हाज़र हां। खबर जो मुद्दा बने लैके खबर जो मुद्दा बने दे विच अज गल रिश्तियां दे उत्ते पैसा जायदाद भारी पैंदा होया नजर आ रहा है। नाल ही गल होवेगी एक शख्स दी जो जमानत ते बाहर आया सी, पर उस दे नाल की कुछ होया दसांगे साडी अज दी खास पेशकश दे विच। शुरुआत करन जा रहे हैं बठिंडा तो। जी हां, बठिंडा तो एक खबर आई है हैरान परेशान करने वाली, जिथे एक बेटे दे उत्ते ही अपनी मां दी जान लैण दे इल्जाम ने, वो भी सिर्फ जमीन दे एक टुकड़े दे लई। हरभजन कौर ने बड़ियां उम्मीदां दे नाल दो बेटियां नूं पाल पोस के वड्डा कीता सी। सुपना सी कि दोवें बुढ़ापे दे विच सहारा बनगे अते जिंदगी दा आखिरी दौर सुखी सुखी गुजारेगी, पर यह सपना इंज चकनाचूर हो जाएगा किसी नूं रत्ती पर भी उम्मीद तक नहीं सी। एक बेटा कुछ वक्त पहला इस दुनिया तो चला गया ते जो बेटा नाल रहिंदा सी वो अखीर दे विच जान दा दुश्मन बन बैठा। मौजूदा दौर दे विच रिश्तियां दी कदर ते कीमत की रह गई है, ये समझण दे लई बठिंडा दे कल्याण सुखा पिंड दी इस वारदात नूं समझना होवेगा, क्योंकि इत्थे सिर्फ एक कतल ही नहीं होया बल्कि रिश्तियां दी मौत हुई है। 65 साल दी हरभजन कौर दी लाश घर दे विहड़े विच खून दे नाल लथपथ पई सी अते शुरुआती तफ्तीश दे विच खुलासा होया है कि कतल विच किसी तेजधार हथियार दा इस्तेमाल होया है। ये कतल किसी होर ने नहीं बल्कि हरभजन सिंह दे उसे बेटे ने अपनी पत्नी दे नाल मिल के इस कतल नूं अंजाम दिता है, जिस नूं बेहद लाड ते प्यार दे नाल पालिया गया सी। ਜਦੋਂ ਉਹਨਾਂ ਦੇ ਗੇਟ ਮੂਹਰੇ ਮੈਂ ਦੇਖਿਆ ਤਾਂ ਗੇਟ ਦਾ ਅਲ ਲੱਗਿਆ ਹੋਇਆ ਸੀ, ਵੱਡੇ ਗੇਟ ਦਾ। ਅੰਦਰ ਜਦੋਂ ਖੋਲ ਕੇ ਮੈਂ ਗਿਆ ਤਾਂ ਵਿਹੜੇ ਦੇ ਵਿੱਚ ਮੰਜਾ ਪਿਆ। ਮੰਜੇ ਤੇ ਮੈਨੂੰ ਐ ਲੱਗਿਆ ਵੀ ਕੋਈ ਬੰਦਾ ਯਾਰ ਦੁਪਹਿਰੇ ਧੁੱਪੇ ਪਿਆ। ਜਦੋਂ ਮੈਂ ਜਾ ਕੇ ਕੰਬਲ ਚੱਕਿਆ ਤਾਂ ਮੇਰੀ ਭੈਣ ਦੀ ਮੈਨੂੰ ਸ਼ਨਾਖਤ ਹੋਈ, ਜਿਹੜੀ ਕਿ ਖੂਨ ਨਾਲ ਲੱਥ-ਪਲੱਥ ਸੀ। ਹੁਣ तक जो कहानी समझ आई है वो यह है कि हरभजन सिंह दे नाल बेटे सुरजीत सिंह दा 2 एकड़ जमीन दे टुकड़े नूं लैके विवाद चल रहा सी अते अखीर विच उसे ने ही खूनी रूप अख्तियार कर लिया। ਜ਼ਮੀਨ ਦਾ ਵਿਵਾਦ ਸੀਗਾ, ਉਹਦੇ ਵਿੱਚ ਇਹ ਸੀਗਾ ਵੀ ਉਹ ਇੱਕ ਉਹਦਾ ਲੜਕਾ ਸੀਗਾ, ਉਹਦੇ ਨਾਂ ਤੇ 2 ਕਿੱਲੇ ਜ਼ਮੀਨ ਦੇ ਸੀ, ਉਹਦੀ ਡੈਥ ਹੋ ਗਈ ਸੀ। ਉਹ ਜ਼ਮੀਨ ਮੇਰੀ ਭੈਣ ਦੇ ਨਾਂ ਚੜ ਗਈ। ਇਹ ਮੁੰਡਾ ਸੀਤਾ ਕਹਿੰਦਾ ਵੀ ਮੈਨੂੰ ਪੈਸਿਆਂ ਦੀ ਲੋੜ ਹੈ, ਮੈਂ ਘਰ ਪਾਉਣਾ ਜਾਂ ਕੋਈ ਹੋਰ ਕਬੀਲਦਾਰੀ ਵਾਸਤੇ ਉਹਨੂੰ ਮਜਬੂਰ ਕਰਦਾ ਰਹਿੰਦਾ ਸੀ। बेटा ते बहू वारदात के बाद फरार ने, जिन्हां दी तलाश पुलिस कर रही है। ਸਾਡੇ ਕੋਲੇ ਰੁਕਾ ਆਇਆ ਸੀਗਾ ਵੀ ਇਹਦੀ ਮੌਤ ਹੋਈ ਹੈ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ, ਤੇ ਜਿਹਦੇ ਸੰਬੰਧ 'ਚ ਅਸੀਂ ਇੱਥੇ ਮੌਕੇ ਤੇ ਸਿਵਲ ਹਸਪਤਾਲ ਪਹੁੰਚੇ ਸੀਗੇ। ਸਿਵਲ ਹਸਪਤਾਲ ਦੇ ਵਿੱਚ ਜਿਹੜੇ ਹਰਭਜਨ ਕੌਰ ਦਾ ਭਰਾ ਮਿਲਿਆ ਸਾਨੂੰ, ਪਿਆਰਾ ਸਿੰਘ, ਉਹਨੇ ਸਟੇਟਮੈਂਟ ਦੇ ਵਿੱਚ ਹੀ ਲਿਖਾਇਆ ਵੀ ਮੇਰੇ ਭਾਣਜੇ ਨੇ ਸੁਰਜੀਤ ਸਿੰਘ ਤੇ ਉਹਦੇ ਭਾਣਜੇ ਦੀ ਘਰ ਵਾਲੀ ਸੁਖਜੀਤ ਕੌਰ ਨੇ ਤੇ ਇਹਨਾਂ ਦੀ ਭੈਣ ਦਾ ਕਤਲ। कानून की किताब दे विच सिर्फ एक कतल कहाएगा अते इस दे मुताबिक बेटे नूं सज़ा होवेगी, पर जिन्ना जज्बातां ते रिश्तियां दा कतल होया है उसका हिसाब कौन अते किवें करेगा, क्योंकि यह कतल एक मां दा होया है। बठिंडा तो सूरजपान, न्यूज़ 18। ਰਿਸ਼ਤਿਆਂ ਦਾ ਕਤਲ ਤਰਨਤਾਰਨ ਦੇ ਵਿੱਚ ਵੀ ਹੋਇਆ। ਇੱਥੇ 2 ਭਰਾਵਾਂ ਦੇ ਵਿਚਾਲੇ ਮਾਮੂਲੀ ਜਿਹੀ ਤਕਰਾਰ ਨੇ ਖੂਨੀ ਰੂਪ ਅਖਤਿਆਰ ਕਰ ਲਿਆ ਅਤੇ ਇੱਕ ਭਰਾ ਦੀ ਜਾਨ ਚਲੀ ਗਈ।
ਘਰ 'ਚ ਮਾਤਮ ਦੇ ਇਸ ਮਾਹੌਲ ਲਈ ਸਗਾ ਭਰਾ ਜ਼ਿੰਮੇਵਾਰ ਹੈ, ਜਿਸ ਨੇ ਮੀਟਰ ਦੀ ਬੱਤੀ ਲਾਉਣ ਵਾਲੇ ਆਪਣੇ ਹੀ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇਹ ਘਟਨਾ ਵਾਪਰੀ ਹੈ ਤਰਨਤਾਰਨ ਅਧੀਨ ਪੈਂਦੇ ਅਮਰਕੋਟ ਕਸਬੇ 'ਚ। ਮ੍ਰਿਤਕ ਦੀ ਪਛਾਣ ਤਿਲਕਰਾਜ ਵਜੋਂ ਹੋਈ ਹੈ, ਜਿਸ ਦਾ ਸੁਦੇਸ਼ ਕੁਮਾਰ ਅਤੇ ਮੰਗਤ ਰਾਮ ਨਾਲ ਘਰੇਲੂ ਝਗੜਾ ਚੱਲਦਾ ਸੀ। ਇਸੇ ਰੰਜਿਸ਼ ਨੂੰ ਲੈ ਕੇ ਉਹਨਾਂ ਨੇ ਤਿਲਕਰਾਜ ਨੂੰ ਬੱਤੀ ਲਾਉਣ ਤੋਂ ਰੋਕਿਆ ਤਾਂ ਦੋਵਾਂ ਵਿਚਾਲੇ ਤਕਰਾਰ ਹੋ ਗਿਆ। ਸੁਦੇਸ਼ ਕੁਮਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤਿਲਕਰਾਜ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਇਸ ਕੁੱਟਮਾਰ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਤਿਲਕਰਾਜ ਨੇ ਮੌਕੇ ਉੱਤੇ ਹੀ ਦਮ ਤੋੜ ਦਿੱਤਾ। ਡੰਡਾ ਫੜ ਕੇ ਤੇ ਡੈਡੀ ਨੂੰ ਮਾਰਨਾ ਸ਼ੁਰੂ ਕਰਤਾ। ਚਾਚੇ ਮੇਰੇ ਨੇ ਕਈ ਫੜ ਲਿਆ ਤੇ ਜਿਹੜਾ ਦੂਜਾ ਮੁੰਡਾ ਹੈ ਉਹਨੇ ਵੀ ਡੰਡਾ ਫੜ ਲਿਆ ਤੇ ਡੰਡੇ ਨਾਲ ਡੈਡੀ ਨੂੰ ਕੁੱਟਣਾ ਸ਼ੁਰੂ ਕਰਤਾ। ਫਿਲਹਾਲ ਥਾਣਾ ਬਲਟੋਹਾ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੁਲਜ਼ਮਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ, ਲਾਸ਼ ਨੂੰ ਕਬਜ਼ੇ ਵਿੱਚ ਲਿਆ ਹੈ ਔਰ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ। ਅਸੀਂ ਮਰਡਰ ਦਾ ਕੇਸ ਦਰਜ ਕਰਕੇ ਦੋਸ਼ੀ ਜੋ ਕਿ ਮੌਕੇ ਤੋਂ ਫਰਾਰ ਹੋ ਗਿਆ ਉਹਨਾਂ ਨੂੰ ਫੜਨ ਵਾਸਤੇ ਟੀਮਾਂ ਰਵਾਨਾ ਕਰ ਦਿੱਤੀਆਂ ਨੇ। ਜਾਣਕਾਰੀ ਦੇ ਮੁਤਾਬਕ ਪੁਲਿਸ ਨੇ ਸੁਦੇਸ਼ ਕੁਮਾਰ, ਮੰਗਤ ਰਾਮ ਅਤੇ ਸਿਮਰਨਜੀਤ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਇਹ ਸਾਰੇ ਮੁਲਜ਼ਮ ਫਰਾਰ ਦੱਸੇ ਜਾ ਰਹੇ ਨੇ। ਤਰਨਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18। ਜਦੋਂ ਗੱਲ ਤਾਰ-ਤਾਰ ਹੁੰਦੇ ਰਿਸ਼ਤਿਆਂ ਦੀ ਹੋ ਹੀ ਰਹੀ ਹੈ ਤਾਂ ਫਿਰ ਮੋਗਾ ਦੀ ਇੱਕ ਖਬਰ ਵੀ ਪਰੇਸ਼ਾਨ ਕਰਦੀ ਹੈ, ਕਿਉਂਕਿ ਇੱਥੇ ਇੱਕ ਸ਼ਖਸ ਨੇ ਖੁਦ ਆਪਣੀ ਜਾਨ ਲੈ ਲਈ, ਕਿਉਂਕਿ ਉਹ ਨਜਾਇਜ਼ ਰਿਸ਼ਤਿਆਂ ਦੇ ਅਜਿਹੇ ਜਾਲ ਦੇ ਵਿੱਚ ਫਸਿਆ ਸੀ ਕਿ ਨਿਕਲਣਾ ਉਸ ਨੂੰ ਮੁਸ਼ਕਿਲ ਲੱਗ ਰਿਹਾ ਸੀ। ਹੋਕੇ ਲੈਂਦੀ ਇਸ ਮਾਂ ਦਾ ਜਵਾਨ ਪੁੱਤ ਭਰੀ ਉਮਰੇ ਦੁਨੀਆ ਤੋਂ ਤੁਰ ਗਿਆ। 24 ਵਰਿਆਂ ਦਾ ਕੁਲਦੀਪ ਅਲੜ ਉਮਰੇ ਇੱਕ ਵਿਆਹੁਤਾ ਦੇ ਪ੍ਰੇਮ ਜਾਲ ਦੇ ਵਿੱਚ ਅਜਿਹਾ ਫਸਿਆ ਕਿ ਉਸ ਨੂੰ ਆਪਣੀ ਜਾਨ ਤੱਕ ਗਵਾਉਣੀ ਪਈ। ਮਾਮਲਾ ਮੋਗਾ ਦਾ ਹੈ। ਇਲਜ਼ਾਮ ਨੇ ਕਿ ਕੁਲਦੀਪ ਨਾਂ ਦੇ ਇਸ ਨੌਜਵਾਨ ਦੇ ਇੱਕ ਵਿਆਹੁਤਾ ਔਰਤ ਦੇ ਨਾਲ ਸਬੰਧ ਸਨ, ਜਿਸ ਨੇ ਕੁਲਦੀਪ ਦੇ ਨਾਲ ਨਜਾਇਜ਼ ਸਬੰਧ ਬਣਾਉਂਦੇ ਸਮੇਂ ਉਸ ਦਾ ਅਸ਼ਲੀਲ ਵੀਡੀਓ ਬਣਾ ਲਿਆ। ਲਗਾਤਾਰ ਇਸੇ ਵੀਡੀਓ ਦੇ ਜ਼ਰੀਏ ਕੁਲਦੀਪ ਨੂੰ ਬਲੈਕਮੇਲ ਕੀਤਾ ਗਿਆ, ਵਾਰ-ਵਾਰ ਪੈਸੇ ਬਟੋਰੇ ਗਏ। ਇਸ ਸਭ ਤੋਂ ਪਰੇਸ਼ਾਨ ਹੋ ਕੇ ਕੁਲਦੀਪ ਨੇ ਆਪਣੀ ਜਾਨ ਦੇ ਦਿੱਤੀ। ਇਸ ਸਭ ਦਾ ਖੁਲਾਸਾ ਕੁਲਦੀਪ ਨੇ ਖੁਦਕੁਸ਼ੀ ਤੋਂ ਪਹਿਲਾਂ ਲਿਖੇ ਇੱਕ ਸੁਸਾਈਡ ਨੋਟ ਵਿੱਚ ਕੀਤਾ ਹੈ। ਉਹਦੇ ਕੋਲੋਂ ਇੱਕ ਸੁਸਾਈਡ ਵਗੈਰਾ ਵੀ ਮਿਲਿਆ ਵੀ ਉਹਦੇ ਕਿਸੇ ਲੇਡੀ ਦਾ ਉਹਦੇ ਨਾਲ ਸੰਬੰਧ ਸੀ। ਉਹ ਉਹਨੂੰ ਤੰਗ ਪਰੇਸ਼ਾਨ ਕਰ ਰਹੇ ਸੀ, ਆਪਦੇ ਸਾਥੀਆਂ ਨਾਲ ਰਲ ਕੇ ਪੈਸੇ ਵਗੈਰਾ ਦੀ ਡਿਮਾਂਡ ਕੀਤੀ, ਪਹਿਲਾਂ ਪੈਸੇ ਲੈ ਵੀ ਲਏ। ਉਹਦੇ ਸੰਬੰਧ ਵਿੱਚ ਅਸੀਂ FIR ਨੰਬਰ 23 ਕੱਲ੍ਹ ਦੀ ਡੇਟ ਹੈ 306 IPC ਦਰਜ ਕੀਤੀ ਉਹਦੀ ਮਾਤਾ ਦੇ ਬਿਆਨ ਤੇ। ਇੰਨਾ ਹੀ ਨਹੀਂ, ਇਸ ਗੰਦੀ ਕਰਤੂਤ ਦੇ ਵਿੱਚ ਉਸ ਮਹਿਲਾ ਦਾ ਪਤੀ ਵੀ ਸ਼ਾਮਲ ਸੀ, ਜਿਸ ਨੇ ਆਪਣੇ 3 ਹੋਰ ਸਾਥੀਆਂ ਦੇ ਨਾਲ ਮਿਲ ਕੇ 24 ਸਾਲ ਦੇ ਇਸ ਨੌਜਵਾਨ ਨੂੰ ਮੌਤ ਦੇ ਮੂੰਹ ਵਿੱਚ ਜਾਣ ਦੇ ਲਈ ਮਜਬੂਰ ਕਰ ਦਿੱਤਾ। ਬੀਤੀ 4 ਮਾਰਚ ਨੂੰ ਇਹਨਾਂ ਲੋਕਾਂ ਦੀ ਬਲੈਕਮੇਲਿੰਗ ਤੋਂ ਪਰੇਸ਼ਾਨ ਹੋ ਕੇ ਕੁਲਦੀਪ ਨੇ ਜ਼ਹਿਰ ਨਿਗਲਿਆ ਸੀ। ਕਈ ਦਿਨ ਹਸਪਤਾਲ ਦੇ ਵਿੱਚ ਉਹ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਲੜਦਾ ਰਿਹਾ, ਪਰ ਵੀਰਵਾਰ ਦੀ ਰਾਤ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਕੁਲਦੀਪ ਸਿੰਘ ਨਾਮ ਦਾ ਜਵਾਨ 24-25 ਸਾਲ ਉਮਰ ਹੈ, ਜੁਝਾਰ ਸਿੰਘ ਨਗਰ ਚੱਕੀ ਵਾਲੀ ਗਲੀ ਵਿੱਚ ਮੋਗੇ ਰਹਿਣ ਵਾਲਾ। ਉਹਨੇ 4 ਤਰੀਕ ਨੂੰ ਕੋਈ ਜ਼ਹਿਰੀਲੀ ਦਵਾਈ ਪੀ ਲਈ ਸੀ। ਪਹਿਲਾਂ ਮੈਡੀਸਿਟੀ ਹਸਪੀਟਲ ਦਾਖਲ ਹੈ, ਇੱਥੋਂ ਉਹਨੂੰ ਰੈਫਰ ਕਰਤਾ ਫਰੀਦਕੋਟ ਮੈਡੀਕਲ ਕਾਲਜ। ਅਨਫਿਟ ਸੀ, ਬਿਆਨ ਦੇਣ ਦੇ ਕਾਬਲ ਨਹੀਂ ਸੀ। ਉਹਦੀ ਕੱਲ ਡੈਥ ਹੋਈ ਹੈ। ਪੁਲਿਸ ਨੇ ਪਰਿਵਾਰ ਅਤੇ ਸੁਸਾਈਡ ਨੋਟ ਦੇ ਆਧਾਰ ਉੱਤੇ ਮਨਪ੍ਰੀਤ ਨਾਂ ਦੀ ਔਰਤ ਅਤੇ ਉਸਦੇ ਪਤੀ ਸਮੇਤ 5 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੋਗਾ ਤੋਂ ਦੀਪਕ ਸਿੰਗਲਾ, ਨਿਊਜ਼ 18। ਹੁਣ ਖਬਰ ਗੁਆਂਢੀ ਸੂਬੇ ਹਰਿਆਣਾ ਦੇ ਪਾਨੀਪਤ ਤੋਂ, ਜਿੱਥੇ ਇੱਕ ਹੋਰ ਰਿਸ਼ਤੇ ਦਾ ਕਤਲ ਹੋਇਆ। ਕਤਲ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਦਾ, ਉਹ ਵੀ ਸਿਰਫ ਦਹੇਜ ਦੀ ਲਾਲਚ ਦੀ ਵਜ੍ਹਾ ਦੇ ਨਾਲ। ਪੂਰੀ ਕਹਾਣੀ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ ਕਿ ਕਿਵੇਂ ਦਹੇਜ ਦੀ ਭੁੱਖ ਸਮਾਜ ਦੇ ਜਿਹੜੇ ਮੰਨੇ ਪਰਮੰਨੇ ਲੋਕ ਨੇ ਜਾਂ ਸੰਪੰਨ ਵਰਗ ਹੈ ਉਸ ਨੂੰ ਵੀ ਖੋਖਲਾ ਕਰ ਰਹੀ ਹੈ। ਪਤੀ ਬੈਂਕ ਮੈਨੇਜਰ, ਪਤਨੀ ਬੈਂਕ ਮੈਨੇਜਰ ਅਤੇ ਅੰਜਾਮ, ਜਿਨ੍ਹਾਂ ਨੂੰ ਲੱਗਦਾ ਹੈ ਕਿ ਪੜ੍ਹਿਆ ਲਿਖਿਆ ਸਮਾਜ ਹੀ ਸਮਾਜਿਕ ਬੁਰਾਈਆਂ ਦਾ ਖਾਤਮਾ ਕਰ ਸਕਦਾ ਹੈ, ਉਹਨਾਂ ਨੂੰ ਪਾਣੀਪਤ ਦੇ ਇਸ ਦਰਦਨਾਕ ਕਹਾਣੀ ਤੋਂ ਜ਼ਰੂਰ ਰੂਬਰੂ ਹੋਣਾ ਚਾਹੀਦਾ ਹੈ।
ਜਿੱਥੇ ਦਹੇਜ ਦੀ ਭੁੱਖ ਐਸੀ ਸੀ ਕਿ ਬੈਂਕ ਮੈਨੇਜਰ ਬਹੂ ਨੂੰ ਵੀ ਬਖਸ਼ਿਆ ਨਹੀਂ ਗਿਆ। 5 ਸਾਲ ਪਹਿਲਾਂ ਦੁਲਹਨ ਬਣ ਕੇ ਜਿਸ ਘਰ ਦੇ ਵਿੱਚ ਆਈ ਸੀ, ਉੱਥੇ ਜ਼ਿੰਦਗੀ ਇੰਨੀ ਮੁਸ਼ਕਿਲ ਹੋਵੇਗੀ ਕਿ ਇੱਕ ਦਿਨ ਜ਼ਿੰਦਗੀ ਦੀ ਡੋਰ ਹੀ ਟੁੱਟ ਜਾਵੇਗੀ। ਮਾਪਿਆਂ ਦਾ ਸਿੱਧਾ ਇਲਜ਼ਾਮ ਹੈ ਕਿ ਬੇਟੀ ਨੂੰ ਕਿਸੇ ਹੋਰ ਨੇ ਨਹੀਂ ਬਲਕਿ ਉਸਦੇ ਪਤੀ, ਉਸਦੀ ਸੱਸ, ਉਸਦੀ ਨਣਦ ਨੇ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ, ਜਿਨ੍ਹਾਂ ਦੇ ਘਰ ਵਿੱਚ ਬੇਟੀ ਨੂੰ ਕਦੇ ਵਿਦਾ ਕੀਤਾ ਸੀ, ਕਿਉਂਕਿ ਸਾਰਿਆਂ ਦੇ ਸਿਰ ਤੇ ਦਹੇਜ ਦਾ ਭੂਤ ਸਵਾਰ ਸੀ। नहीं झगड़ा छेते मारते छेते थे पहले 6-7 महीने आ गई, घर आ गई विदाउट पे के बैंक में थी, वो घर में रही, फिर उधर ही हमने ट्रांसफ़र करा लिया। फिर ये मिन्नतें करने लगे आगे भी आ जाओ तो मैं कुछ नहीं करूँगा। बस मारपीट क्यों करते थे? वैसे ही दहेज मांगते थे, कुछ लाओ पैसे लाओ, ये लाओ वो लाओ। दहेज मांगते रहते थे, उसको परेशान करके रखा हुआ था। जब से हमने बेटी की शादी कर रखी है ना, तब से वो जो उनके घर में उनकी बेटी बैठी हुई है ना, उसने उसके नाक में दम करके रखा हुआ था। वो ही नहीं उसको बसने दे रही थी। कभी मांग कर रही थी, कभी किसी चीज़ की, कभी किसी चीज़ की। उसने परेशान करके रख दिया था हमारी बेटी को। ਰਾਤ ਦੇ ਵਕਤ ਪਤਨੀ ਨੂੰ ਗੰਭੀਰ ਹਾਲਤ ਦੇ ਵਿੱਚ ਛੱਡ ਕੇ ਪਤੀ ਫਰਾਰ ਹੈ ਅਤੇ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਬਾਅਦ ਮੁਕੱਦਮਾ ਦਰਜ ਕਰਕੇ ਤਫਤੀਸ਼ शुरू कर देती है। इसमें नजर फादर के बयान पर पर्चा दर्ज किया गया। उसके घर वाले गए, उसकी सास और 2 उसकी ननदेर, 2 ननदोइयों की। किन धाराओं के तहत मुकदमा दर्ज किया गया है सर? 328, 304B और 398A। ਸੁਪਨਿਆਂ ਦੇ ਨਾਲ ਜਿਸ ਬੇਟੀ ਨੂੰ ਵਿਦਾ ਕੀਤਾ ਸੀ, ਅੱਜ ਉਸ ਦੀ ਅਰਥੀ ਤਿਆਰ ਕਰਨੀ ਪੈ ਰਹੀ ਹੈ। ਜਿਸ ਦੇ ਹੱਸਦੇ ਖੇਡਦੇ ਪਰਿਵਾਰ ਦੀ ਦੁਆ ਮੰਗੀ ਸੀ, ਉਹ ਸਭ ਨੂੰ ਰਵਾ ਕੇ ਚਲੀ ਗਈ, ਕਿਉਂਕਿ ਪਰਿਵਾਰ ਵਾਲੇ ਵਿਦਾਈ ਦੇ ਵਕਤ ਬੇਟੀ ਦੇ ਸਹੁਰਿਆਂ ਵਿੱਚ ਮੌਜੂਦ ਦਾਜ ਦੇ ਦੈਂਤ ਨੂੰ ਦੇਖ ਨਹੀਂ ਸਕੇ। ਪਾਣੀਪਤ ਤੋਂ ਸੁਮਿਤ ਭਰਦਵਾਜ, ਨਿਊਜ਼ 18। ਹੁਣ ਖਬਰ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਦੇ ਵਿੱਚ ਇੱਕ ਨੌਜਵਾਨ ਨੂੰ ਜ਼ਮਾਨਤ ਦੇ ਉੱਤੇ ਬਾਹਰ ਆਉਣਾ ਮਹਿੰਗਾ ਪੈ ਗਿਆ। ਲੰਗੀ ਰਾਤ ਉਸ ਨੂੰ ਬਾਈਕ ਸਵਾਰ ਹਮਲਾਵਰਾਂ ਨੇ ਗੋਲੀਆਂ ਦੇ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ। ਅੰਮ੍ਰਿਤਸਰ ਦਾ ਰਣਜੀਤ ਐਵੀਨਿਊ ਇਲਾਕਾ ਦੇਰ ਰਾਤ ਉਸ ਵੇਲੇ ਦਹਿਲ ਉੱਠਿਆ ਜਦੋਂ ਸੜਕ ਤੇ ਸ਼ਰੇਆਮ ਇੱਕ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਜਸ਼ਨਪ੍ਰੀਤ ਉਰਫ ਜੱਸੀ ਵਜੋਂ ਹੋਈ। ਗਲੀ ਦੇ ਬਾਹਰ ਜਸ਼ਨਪ੍ਰੀਤ ਨੂੰ ਪਹਿਲੀ ਗੋਲੀ ਪਿੱਛੋਂ ਮਾਰੀ ਗਈ ਤੇ ਜਦੋਂ ਉਹ ਜ਼ਮੀਨ ਉੱਤੇ ਡਿੱਗ ਗਿਆ ਤਾਂ ਉਸ ਨੂੰ ਇੱਕ ਹੋਰ ਗੋਲੀ ਮਾਰ ਦਿੱਤੀ ਗਈ। ਜਾਣਕਾਰੀ ਮੁਤਾਬਕ ਹਮਲਾਵਰ ਥੋੜੀ ਦੂਰ ਹੀ ਆਪਣਾ ਮੋਟਰਸਾਈਕਲ ਖੜਾ ਕਰਕੇ ਆਏ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਸਵਾਰ ਉੱਥੋਂ ਫਰਾਰ ਹੋ ਗਏ। ਜਸ਼ਨਪ੍ਰੀਤ ਨੂੰ ਇੱਕ ਗੋਲੀ ਪਿੱਠ 'ਚ ਤੇ ਦੂਜੀ ਗੋਲੀ ਛਾਤੀ 'ਚ ਲੱਗੀ ਹੈ, ਜਿਸ ਕਾਰਨ ਉਸ ਦੀ ਮੌਕੇ ਤੇ मौत हो गई। परिवारक मैंबर कत्ल के पीछे साजिश का खदशा जता रहे ने। 20 ਸਾਲ ਉਮਰ ਹੈ ਉਹਦੀ, 22-23 ਸਾਲ। ਤੇ ਕੀ ਕੰਮ ਕਰਦਾ ਹੈ ਮੁੰਡਾ? ਉਹ ਸਟੱਡੀ ਕਰਦਾ ਸੀ, ਮਤਲਬ ਹੋਟਲ ਮੈਨੇਜਮੈਂਟ ਦਾ ਕੋਰਸ ਕਰਦਾ ਹੈ। ਅੱਛਾ, ਤੇ ਕਿੰਨਾਂ ਨੇ ਗੋਲੀਆਂ ਮਾਰੀਆਂ ਕੁਝ ਪਤਾ ਚੱਲ? ਕੋਈ ਖਾਸ ਪਤਾ ਨਹੀਂ ਚੱਲਿਆ, ਪੁਲਿਸ ਕਰਨ ਦੀ ਕਾਰਵਾਈ। कत्ल की वजह पुरानी रंजिश। ਅਗਲੀ ਖਬਰ ਵੀ ਅੰਮ੍ਰਿਤਸਰ ਤੋਂ ਹੈ, ਜਿੱਥੇ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਇਸ ਵਾਰ ਬਦਮਾਸ਼ਾਂ ਦੇ ਨਿਸ਼ਾਨੇ ਉੱਤੇ ਸੀ ਕਾਂਗਰਸ ਦਾ ਇੱਕ ਲੋਕਲ ਲੀਡਰ। ਬਸ ਕਿਸਮਤ ਇੰਨੀ ਚੰਗੀ ਸੀ ਕਿ ਜਾਨ ਬਚ ਗਈ, ਵਰਨਾ ਬਦਮਾਸ਼ਾਂ ਦੇ ਇਰਾਦੇ ਤਾਂ ਬਹੁਤ ਹੀ ਖਤਰਨਾਕ ਸੀ। ਗੱਡੀ ਦੇ ਚਕਨਾਚੂਰ ਸ਼ੀਸ਼ੇ ਦੱਸਦੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ, ਕਿਉਂਕਿ ਜਿਸ ਸ਼ਖਸ ਦੀ ਗੱਡੀ ਤੇ ਹਮਲਾ ਹੋਇਆ ਹੈ ਉਹ ਖੁਦ ਨੂੰ ਕਾਂਗਰਸ ਦਾ ਲੋਕਲ ਲੀਡਰ ਦੱਸਦਾ ਹੈ। ਇਲਜ਼ਾਮ ਇਹ ਨੇ ਕਿ ਛੇਹਰਟਾ ਦੇ ਵੱਲੋਂ ਆਉਂਦੇ ਹੋਏ ਇਹ ਹਮਲਾ ਉਸ ਵਕਤ ਹੋਇਆ ਜਦੋਂ ਯੁਵਰਾਜ ਸਿੰਘ ਨਾਂ ਦਾ ਇਹ ਸ਼ਖਸ ਆਪਣੇ ਪਿਤਾ ਦੇ ਨਾਲ ਦਫ਼ਤਰ ਜਾ ਰਿਹਾ ਸੀ ਤਾਂ ਉਸ ਵਕਤ ਕੁਝ ਅਣਜਾਣ ਹਮਲਾਵਰਾਂ ਨੇ ਧਾਵਾ ਬੋਲ ਦਿੱਤਾ। ਜਦੋਂ ਘਰੋਂ ਨਿਕਲਿਆ ਸੀਗਾ, ਆਫਿਸ ਲਈ ਨਿਕਲਿਆ, ਆਫਿਸ ਤੋਂ ਘਰੋਂ ਨਿਕਲ ਗਈ, ਥੋੜੀ ਜਿਹੀ ਅੱਗੇ ਜਾ ਕੇ ਅਣਪਛਾਤੇ ਬੰਦਿਆਂ ਨੇ ਮੇਰੀ ਗੱਡੀ ਖਿਲਾਰੀ ਕੰਨ ਪਾਉਣ ਲੱਗੀ। ਉੱਥੇ ਦਾਤਰ ਮਾਰਨੇ ਸ਼ੁਰੂ ਕਰਤੇ, ਗੱਡੀ ਸਾਰੀ ਭੰਨਤੀ। ਮੇਰੇ ਵੀ ਦਾਤਰ ਮਾਰਿਆ ਉਹਨਾਂ ਨੇ, 2-3 ਮਾਰੇ, ਬਚਾਅ ਕੀਤਾ। ਗੋਲੀ ਮਾਰਨ ਤੋਂ ਪਹਿਲੇ ਮੈਂ ਭੱਜ ਗਿਆ। ਜੁਗਰਾਜ ਸਿੰਘ ਖੁਦ ਨੂੰ ਖੁਸ਼ਕਿਸਮਤ ਸਮਝਦਾ ਕਿ ਉਸ ਦੀ ਜਾਨ ਬਚ ਗਈ, ਵਰਨਾ ਬਦਮਾਸ਼ਾਂ ਦੇ ਇਰਾਦੇ ਹੋਰ ਵੀ ਖਤਰਨਾਕ ਸਨ।
ਪਿਤਾ ਮੰਗ ਕਰ ਰਿਹਾ ਹੈ ਕਿ ਹਮਲਾਵਰਾਂ ਦੀ ਪਹਿਚਾਣ ਹੋਵੇ ਤੇ ਕਾਰਵਾਈ ਹੋਵੇ। ਇਹ ਜੀ ਬਹੁਤ ਗੁੰਡਾ ਕਰਦੀ ਆ ਜੀ, ਕੋਈ ਪੁਰਾਣੀ ਰੰਜਿਸ਼ ਨਹੀਂ ਹੈਗੀ? ਕੋਈ ਰੰਜਿਸ਼ ਨਹੀਂ ਜੀ, ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਜੀ ਸਾਡਾ। ਮੰਗ ਕਰਦੇ ਆ ਜੀ ਬੰਦੇ ਦੋਸ਼ੀ ਫੜੇ ਜਾਣ, ਜੋ ਭੱਜੀ ਆ ਉਹਦੀ ਕਾਰਵਾਈ ਕੀਤੀ ਜਾਵੇ, ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਬਾਪ ਬੇਟੇ ਦੀ ਆਪਣੀ ਥਿਊਰੀ ਹੈ, ਪਰ ਪੁਲਿਸ ਨੂੰ ਲੱਗਦਾ ਹੈ ਕਿ ਇਹ ਕੋਈ ਹਮਲਾ ਨਹੀਂ ਬਲਕਿ ਰੋਡ ਰੇਜ ਦਾ ਮਾਮਲਾ ਹੈ, ਜਿਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਇਹ ਆਪਣੀ ਡਿਊਟੀ ਤੇ ਜਾ ਰਿਹਾ ਸੀ ਕਿਤੇ, ਤੇ ਗੱਡੀ 'ਚ ਰਸਤੇ 'ਚ ਨਾ 3 ਮੋਟਰਸਾਈਕਲ ਜਵਾਨ ਆਉਂਦੇ ਸੀ। ਇੱਕ ਮੋਟਰਸਾਈਕਲ ਤੇ ਰਸਤਾ ਇਹਨਾਂ ਤੋਂ ਇੱਕ ਲੈਣ ਦੇਣ ਤੋਂ ਵੀ ਰਸਤਾ ਨਹੀਂ ਤੂੰ ਦਿੱਤਾ ਗੱਡੀ ਦਾ, ਤੇ ਉਸ ਤੋਂ ਇਹਨਾਂ ਦਾ ਝਗੜਾ ਹੋਇਆ ਜੀ, ਤੇ ਉਸ ਕਾਰਨ ਉਹਨਾਂ ਕਾਰ ਭੰਨੀ ਹੈ, ਸ਼ੀਸ਼ੇ ਤੋੜੇ। ਬਾਕੀ ਵੈਰੀਫਾਈ ਕਰ ਰਹੇ ਹਾਂ, ਤੇ ਜੋ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਜੋ ਆਏਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ। ਹਮਲੇ ਦੇ ਪਿੱਛੇ ਦਾ ਇਰਾਦਾ ਹਾਲੇ ਤੱਕ ਸਾਫ਼ ਨਹੀਂ ਹੈ। ਹਾਲਾਂਕਿ ਪੁਲਿਸ ਰੋਡ ਰੇਜ ਦਾ ਐਂਗਲ ਜੋੜ ਰਹੀ ਹੈ, ਪਰ ਅਸਲ ਮਕਸਦ ਬਿਆਨਾਂ ਤੇ ਸਬੂਤਾਂ ਦੇ ਬਾਅਦ ਹੀ ਸਾਫ਼ ਹੋ ਪਾਵੇਗਾ। ਅੰਮ੍ਰਿਤਸਰ ਤੋਂ ਅਮਿਤ ਸ਼ਰਮਾ, ਨਿਊਜ਼ 18। ਖਬਰ ਜੋ ਮੁੱਦਾ ਬਣੇ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ। ਫਿਲਹਾਲ ਮੈਨੂੰ ਇਜਾਜ਼ਤ ਦਿਓ। ਧੰਨਵਾਦ।